students, how are you? Welcome to your botany lecture. Beta, we have started stomatal movement. Yesterday we read Leavitt's theory. Today we will start with another theories like starch sugar hypothesis, Stewart's theory. ਸੋ ਬੇਟਾ ਆਪਾਂ ਸਟਰਕਚਰ ਆਫ ਸਟੋਮੈਟਾ ਦੇਖ ਲਿਆ ਸੀਗਾ ਪਿਛਲੇ ਲੈਕਚਰ ਦੇ ਵਿੱਚ ਵੀ ਕਿ ਸਟੋਮੈਟਾ ਜਿਹੜੇ ਆ ਉਹ ਕਿਡਨੀ ਸ਼ੇਪਡ ਗਾਰਡ ਸੈਲਸ ਦੇ ਬਣੇ ਹੁੰਦੇ ਆ। ਸਟੋਮੈਟਾ ਦੇ ਆਲੇ ਦੁਆਲੇ ਸਬਸਿਡਰੀ ਜਾਂ ਐਪੀਡਰਮਲ ਸੈਲਸ ਹੁੰਦੇ ਆ। ਸੈਂਟਰ ਦੇ ਵਿੱਚ ਸਟੋਮੈਟਲ ਪੋਰ ਹੁੰਦਾ ਆ। ਇਹ ਸਟਰਕਚਰ ਆਪਾਂ ਦੇਖ ਲਿਆ ਸੀ। ਹੁਣ ਸਟੋਮੈਟਲ ਮੂਵਮੈਂਟ ਦਾ ਮਤਲਬ ਹੁੰਦਾ ਆ ਓਪਨਿੰਗ ਅਤੇ ਕਲੋਜ਼ਿੰਗ ਆਫ ਸਟੋਮੈਟਾ। ਇਹਨੂੰ ਅਸੀਂ ਕਹਿੰਦੇ ਹਾਂ ਸਟੋਮੈਟਲ ਮੂਵਮੈਂਟ। ਤਾਂ ਸਭ ਤੋਂ ਪਹਿਲਾਂ ਇੱਕ ਮੋਟੀ ਜਿਹੀ ਗੱਲ ਸਮਝ ਲਓ ਕਿ ਸਪੋਜ਼ ਆਹ ਗਾਰਡ ਸੈਲਸ ਆ, ਓਪਨ ਕਦੋਂ ਹੁੰਦਾ ਸਟੋਮੈਟਾ? ਜਦੋਂ ਵੀ ਬਾਹਰ ਵਾਲੇ ਸੈਲਸ ਤੋਂ ਪਾਣੀ ਅੰਦਰ ਗਾਰਡ ਸੈਲਸ ਦੇ ਵਿੱਚ ਆ ਜਾਂਦਾ ਆ, ਐਂਡੋਸਮੋਸਿਸ ਹੋ ਜਾਂਦਾ ਆ, ਤਾਂ ਇਹ ਜਿਹੜੇ ਗਾਰਡ ਸੈਲਸ ਆ ਉਹ ਟਰਜਿਡ ਹੋ ਜਾਂਦੇ ਆ ਅਤੇ ਓਪਨ ਹੋ ਜਾਂਦੇ ਆ। ਟਰਜਿਡ ਮਤਲਬ ਸਵੈਲ ਹੋ ਜਾਂਦੇ ਆ ਅਤੇ ਸਟੋਮੈਟਾ ਜਿਹੜੇ ਉਹ ਓਪਨ ਹੋ ਜਾਂਦੇ ਆ। ਹੋਰ ਵੀ ਫੈਕਟਰਸ ਹੈਗੇ ਆ ਜਿਹੜੇ ਰੋਲ ਪਲੇ ਕਰਦੇ ਆ ਇਨ ਓਪਨਿੰਗ ਆਫ ਸਟੋਮੈਟਾ, ਪਰ ਮੋਟਾ ਜਿਹੜਾ ਤੁਸੀਂ ਖਾਸ ਯਾਦ ਰੱਖਣਾ ਉਹ ਇਹੀ ਯਾਦ ਰੱਖਣਾ। ਅਗਰ ਗਾਰਡ ਸੈਲਸ 'ਚੋਂ ਪਾਣੀ ਬਾਹਰ ਜਾਵੇ ਤਾਂ ਜਿਹੜੇ ਸਟੋਮੈਟਾ ਆ ਉਹ ਸ਼ਰਿੰਕ ਹੋ ਜਾਂਦੇ ਆ, ਫਲੈਸਿਡ ਹੋ ਜਾਂਦੇ ਆ, ਮਤਲਬ ਕਲੋਜ਼ ਹੋ ਜਾਂਦੇ ਆ। ਇੰਨੀ ਤੁਸੀਂ ਗੱਲ ਯਾਦ ਰੱਖਣੀ ਆ ਪਹਿਲਾਂ। ਹੁਣ ਕਈ ਥਿਓਰੀਜ਼ ਦਿੱਤੀਆਂ ਗਈਆਂ ਸੀ ਸਟੋਮੈਟਲ ਮੂਵਮੈਂਟ ਨੂੰ ਐਕਸਪਲੇਨ ਕਰਨ ਲਈ। ਫਸਟ ਇਜ਼ ਫੋਟੋਸਿੰਥੈਟਿਕ ਥਿਓਰੀ। ਇਹ ਜਿਹੜੀਆਂ ਥਿਓਰੀਜ਼ ਆ ਕਿਸੇ ਨਾ ਕਿਸੇ ਕਾਰਨ ਰਿਜੈਕਟ ਹੋ ਗਈਆਂ ਜਾਂ ਫਿਰ ਕ੍ਰਿਟੀਸਾਈਜ਼ ਕੀਤੀਆਂ ਅਤੇ ਫਿਰ ਮੋਡੀਫਾਈਡ ਥਿਓਰੀਜ਼ ਅੱਗੇ ਦਿੱਤੀਆਂ ਗਈਆਂ। ਫੋਟੋਸਿੰਥੈਟਿਕ ਥਿਓਰੀ ਸਭ ਤੋਂ ਪਹਿਲਾਂ ਵੌਨ ਮੌਲ ਨੇ ਦਿੱਤੇ ਸੀਗੇ ਇਨ 1850। ਇੱਥੇ 56 ਦੇ ਵਿੱਚ ਸੀਗੇ, ਇੱਥੇ 1856 ਲਿਖ ਲੈਣਾ ਆ ਤੁਸੀਂ। ਹੁਣ ਇਹ ਵੌਨ ਮੌਲ ਹੀ ਸਾਇੰਟਿਸਟ ਸੀਗਾ ਹੂ ਫਸਟ ਗੇਵ ਦਾ ਟਰਮ ਪ੍ਰੋਟੋਪਲਾਜ਼ਮ, ਅਤੇ ਉਹਨੇ ਇਹ ਥਿਓਰੀ ਵੀ ਦਿੱਤੇ ਸੀਗੇ। ਸਿੰਪਲੀ ਉਹਨੇ ਦੱਸਿਆ ਸੀਗਾ ਕਿ ਸਟੋਮੈਟਾ ਓਪਨ ਡਿਊਰਿੰਗ ਡੇ ਜਾਂ ਇਨ ਲਾਈਟ, ਕਿਉਂਕਿ ਕਲੋਰੋਫਿਲ ਕਲੋਰੋਪਲਾਸਟ ਦੇ ਅੰਦਰ ਪ੍ਰੈਜ਼ੈਂਟ ਹੁੰਦਾ ਆ ਅਤੇ ਜਿਹਦੇ ਕਾਰਨ ਲਾਈਟ ਦੀ ਪ੍ਰੈਜ਼ੈਂਸ ਦੇ ਵਿੱਚ ਫੋਟੋਸਿੰਥੇਸਿਸ ਹੁੰਦਾ ਆ ਅਤੇ ਸ਼ੂਗਰ ਜਾਂ ਗਲੂਕੋਜ਼ ਬਣਦਾ ਆ, ਡਿਊ ਟੂ ਵਿਚ ਸਟੋਮੈਟਾ ਜਿਹੜੇ ਆ ਓਪਨ ਹੁੰਦੇ ਆ ਡਿਊਰਿੰਗ ਡੇ। ਡਿਊਰਿੰਗ ਨਾਈਟ ਨੋ ਫੋਟੋਸਿੰਥੇਸਿਸ, ਨੋ ਸ਼ੂਗਰ ਫਾਰਮੇਸ਼ਨ, ਅਤੇ ਜਿਹੜਾ ਸਟੋਮੈਟਾ ਜਿਹੜੇ ਆ ਉਹ ਕਲੋਜ਼ ਰਹਿੰਦੇ ਆ, ਮਤਲਬ ਐਗਜ਼ੋਸਮੋਸਿਸ ਹੁੰਦਾ ਆ, ਵਾਟਰ ਆਊਟ ਚਲੇ ਜਾਂਦਾ ਆ, ਜਿਹਦੇ ਕਾਰਨ ਸੈਲਸ ਫਲੈਸਿਡ ਹੋ ਜਾਂਦੇ ਆ ਅਤੇ ਸਟੋਮੈਟਾ ਜਿਹੜੇ ਆ ਕਲੋਜ਼ ਹੋ ਜਾਂਦੇ ਆ। ਲੇਕਿਨ ਦਿਨ ਵੇਲੇ ਉਹੀ ਜਿਵੇਂ ਮੈਂ ਦੱਸਿਆ ਸੀਗਾ ਕਿ ਸ਼ੂਗਰ ਵੀ ਬਣਦੀ ਆ, ਪਾਣੀ ਵੀ ਗਾਰਡ ਸੈਲਸ ਦੇ ਅੰਦਰ ਆਉਂਦਾ ਆ, ਸੈਲਸ ਟਰਜਿਡ ਹੋ ਜਾਂਦੇ ਆ। ਪਰ ਇਸ ਥਿਓਰੀ ਦੇ ਕੁਛ ਡੀਮੈਰਿਟ ਸੀਗੇ। ਡੀਮੈਰਿਟ ਇਹ ਸੀਗਾ ਕਿ ਕਲੋਰੋਪਲਾਸਟ, ਹੁਣ ਜਿਵੇਂ ਆਹ ਗਾਰਡ ਸੈਲਸ ਦੇ ਅੰਦਰ ਆਪਾਂ ਕਲੋਰੋਪਲਾਸਟ ਬਣਾਇਆ ਸੀ, ਇਹਦੇ ਅੰਦਰ ਕਲੋਰੋਫਿਲ ਪ੍ਰੈਜ਼ੈਂਟ ਹੁੰਦੀ ਆ, ਤਾਂ ਜਿਹੜਾ ਸਟੋਮੈਟਾ ਦੇ ਵਿੱਚ ਕਲੋਰੋਪਲਾਸਟ ਹੁੰਦਾ ਆ ਗਾਰਡ ਸੈਲਸ ਦੇ ਅੰਦਰ, ਉਹ ਇੰਨਾ ਕੁ ਡਿਵੈਲਪ ਨਹੀਂ ਹੋਇਆ ਹੁੰਦਾ ਕਿ ਉਹ ਫੋਟੋਸਿੰਥੇਸਿਸ ਪ੍ਰੋਪਰ ਪਰਫੋਰਮ ਕਰ ਸਕੇ। ਇਸ ਕਰਕੇ ਇਹ ਕਈ ਸਾਇੰਟਿਸਟ ਨੇ ਇਹਨੂੰ ਕ੍ਰਿਟੀਸਾਈਜ਼ ਕੀਤਾ ਅਤੇ ਇਹ ਥਿਓਰੀ ਕੋਈ ਬਹੁਤ ਜ਼ਿਆਦਾ ਨਹੀਂ ਚੱਲ ਸਕੀ। ਫਿਰ ਸੈਕਿੰਡ ਸਾਇੰਟਿਸਟ ਸੀਗੇ ਲੌਫਟਫੀਲਡ ਸਾਇੰਟਿਸਟ, ਜਿਹਨੇ 1921 ਦੇ ਵਿੱਚ ਉਹ ਦੱਸਿਆ ਕਨਸੈਪਟ ਉਹੀ ਸੀਗਾ ਕਿ ਡਿਊਰਿੰਗ ਡੇ ਸ਼ੂਗਰ ਫਾਰਮੇਸ਼ਨ ਹੁੰਦਾ ਆ ਅਤੇ ਰਾਤ ਨੂੰ ਉਹੀ ਗਲੂਕੋਜ਼ ਜਿਹੜਾ ਆ ਉਹ ਸਟਾਰਚ 'ਚ ਕਨਵਰਟ ਹੋ ਜਾਂਦਾ ਆ ਦੁਬਾਰਾ। ਅਤੇ ਇਹ ਥਿਓਰੀ ਇਹਨੇ ਤਾਂ ਸਪੋਰਟ ਕੀਤਾ, ਮਤਲਬ ਵੌਨ ਮੌਲ ਦੇ ਕੰਸੈਪਟ ਨੂੰ ਤਾਂ ਇਹਨੇ ਸਪੋਰਟ ਕੀਤਾ ਕਿ ਹਾਂ ਮੈਂ ਵੀ ਪ੍ਰੈਕਟੀਕਲੀ ਪ੍ਰੂਵ ਕੀਤਾ ਅਤੇ ਇੱਦਾਂ ਹੀ ਹੁੰਦਾ ਆ ਕਿ ਸ਼ੂਗਰ ਬਣਦੀ ਆ ਔਰ ਉੱਧਰੋਂ ਪਾਣੀ ਗਾਰਡ ਸੈਲਸ ਦੇ ਅੰਦਰ ਆਉਂਦਾ ਆ, ਟਰਜਿਡ ਹੋ ਜਾਂਦੇ ਆ ਸੈਲ ਅਤੇ ਸਟੋਮੈਟਾ ਓਪਨ ਹੋ ਜਾਂਦਾ ਆ ਔਰ ਡਿਊਰਿੰਗ ਨਾਈਟ ਸ਼ੂਗਰ ਜਿਹੜੀ ਆ ਨਹੀਂ ਬਣਦੀ, ਫੋਟੋਸਿੰਥੇਸਿਸ ਨਹੀਂ ਹੁੰਦਾ ਹੈਗਾ
ਐਗਜ਼ੋਸਮੋਸਿਸ ਹੁੰਦਾ ਆ ਔਰ ਸ਼ਰਿੰਕ ਹੋ ਜਾਂਦੇ, ਫਲੈਸਿਡ ਹੋ ਜਾਂਦੇ ਆ ਗਾਰਡ ਸੈਲਸ, ਸਟੋਮੈਟਾ ਕਲੋਜ਼ ਹੋ ਜਾਂਦੇ ਆ। ਤਾਂ ਇਹਨੇ ਬਸ ਇੱਕ ਨਵਾਂ ਕੀ ਜੋੜਿਆ ਕਿ ਜਿਹੜਾ ਸ਼ੂਗਰ ਆ ਉਹ ਵੀ ਸ਼ੂਗਰ ਖਾਸ ਕਰਕੇ ਕਿ ਗਲੂਕੋਜ਼ 1 ਫੋਸਫੇਟ ਬਣਦਾ ਆ, ਗਲੂਕੋਜ਼ ਦੀ ਜਗ੍ਹਾ ਕਿ ਪਹਿਲਾਂ ਗਲੂਕੋਜ਼ 1 ਫੋਸਫੇਟ ਬਣਦਾ ਆ। ਇਹ ਉਹਨੇ ਥੋੜ੍ਹਾ ਜਿਹਾ ਦੱਸਿਆ ਸੀਗਾ ਉੱਪਰ ਵਾਲੇ ਕੰਸੈਪਟ ਦੇ ਸਪੋਰਟ 'ਚ। ਐਕਸਟਰਾ ਕੀ ਦੱਸਿਆ ਕਿ ਗਲੂਕੋਜ਼ 1 ਫੋਸਫੇਟ ਬਣਦਾ ਆ। ਫਿਰ ਨੈਕਸਟ ਸਾਇੰਟਿਸਟ ਜਿਹੜੇ ਆਏ ਉਹ ਹੈਗੇ ਆ ਸਾਇਰੇ। ਇਹ ਸਾਇੰਟਿਸਟ ਨੇ 1926 ਦੇ ਵਿੱਚ ਇੱਕ ਥਿਊਰੀ ਦਿੱਤੇ ਸੀਗੇ ਜਿਹਨੂੰ ਕਹਿੰਦੇ ਆ ਸਟਾਰਚ ਸ਼ੂਗਰ ਹਾਈਪੋਥੇਸਿਸ। ਹੁਣ ਸਟਾਰਚ ਸ਼ੂਗਰ ਹਾਈਪੋਥੇਸਿਸ ਦਾ ਮਤਲਬ ਵੈਸੇ ਕੀ ਆ ਕਿ ਸਟਾਰਚ ਤੋਂ ਸ਼ੂਗਰ ਬਣਨੀ ਆ ਔਰ ਸ਼ੂਗਰ ਤੋਂ ਮੁੜ ਕੇ ਸਟਾਰਚ ਬਣਨਾ ਆ। ਇਹ ਇੰਟਰ ਕਨਵਰਜਨ ਆ ਸ਼ੂਗਰ ਸਟਾਰਚ ਦਾ ਸ਼ੂਗਰ, ਸ਼ੂਗਰ ਦਾ ਸਟਾਰਚ ਦੇ ਵਿੱਚ। ਅਤੇ ਇਹਦੇ ਨਾਲ ਸਟੋਮੈਟਾ ਓਪਨ ਹੁੰਦੇ ਆ ਅਤੇ ਕਲੋਜ਼ ਹੁੰਦੇ ਆ। ਆਪਾਂ ਇਹ ਥਿਊਰੀ ਹੁਣੇ ਹੀ ਪੜ੍ਹ ਲੈਂਦੇ ਹਾਂ, ਲੇਕਿਨ ਮੈਂ ਥੋੜ੍ਹਾ ਜਿਹਾ ਦੱਸ ਦੇਵਾਂ ਕਿ ਫਿਰ ਨੈਕਸਟ ਜਿਹੜੇ ਸਾਇੰਟਿਸਟ ਸੀਗੇ ਜ਼ਿਨ ਐਂਡ ਸਿੰਘ ਸਾਇੰਟਿਸਟ ਸੀਗੇ, ਇਹ ਜਾਪਨੀਜ਼ ਸਾਇੰਟਿਸਟ ਸੀਗੇ ਜਿਨ੍ਹਾਂ ਨੇ ਉੱਪਰ ਵਾਲੇ ਸਾਰੇ ਕੰਸੈਪਟ ਤੋਂ ਇਲਾਵਾ pH ਦਾ ਕੰਸੈਪਟ ਵੀ ਥੋੜ੍ਹਾ ਜਿਹਾ ਪਾਤਾ ਸੀਗਾ ਔਰ ਫੋਸਫੋਰੀਲੇਸ ਇੰਜ਼ਾਈਮ ਦਾ ਵੀ ਕੰਸੈਪਟ ਇਹ 'ਚ ਪਾਇਆ ਸੀਗਾ। ਚਲੋ ਅਸੀਂ ਬਹੁਤ ਡਿਟੇਲ 'ਚ ਥਿਊਰੀ ਨਹੀਂ ਪੜ੍ਹਨੀ ਹੈਗੀ, ਆਪਾਂ ਪੜ੍ਹਦੇ ਹਾਂ ਸਟਾਰਚ ਸ਼ੂਗਰ ਹਾਈਪੋਥੇਸਿਸ। ਉੱਪਰ ਵੀ ਆ ਲਿਖਿਆ ਆ ਪਰ ਇਹ ਥੋੜ੍ਹਾ ਟਾਈਟ ਲਿਖ ਹੋਇਆ ਸੀਗਾ ਤਾਂ ਮੈਂ ਫਿਰ ਥੱਲੇ ਤੁਸੀਂ ਆਹ ਵਾਲੇ ਪੇਜ ਤੋਂ ਪੜ੍ਹ ਲਿਓ। ਸਟਾਰਚ ਸ਼ੂਗਰ ਹਾਈਪੋਥੇਸਿਸ। ਹੁਣ ਕੀ ਹੁੰਦਾ ਆ ਬੇਟਾ ਕਿ ਜਦੋਂ ਦਿਨ ਹੁੰਦਾ ਆ, ਦਿਨ ਵੇਲੇ ਸਟੋਮੈਟਾ ਜਿਹੜੇ ਆ ਉਹ ਓਪਨ ਹੁੰਦੇ ਆ। ਕਿੱਦਾਂ ਓਪਨ ਹੁੰਦੇ ਆ ਕਿ ਦਿਨ ਵੇਲੇ ਫੋਟੋਸਿੰਥਸਿਸ ਪ੍ਰੋਸੈਸ ਹੁੰਦਾ ਆ। ਤਾਂ ਜਦੋਂ ਫੋਟੋਸਿੰਥਸਿਸ ਹੁੰਦਾ ਆ ਤਾਂ ਜਿੰਨੀ ਵੀ ਕਹਿ ਲਓ ਕਿ ਸੈਲਸ ਦੇ ਆਲੇ ਦੁਆਲੇ ਦੇ ਸੈਲਸ ਦੇ ਵਿੱਚ ਕਾਰਬਨ ਡਾਈਆਕਸਾਈਡ ਪ੍ਰੈਜ਼ੈਂਟ ਹੁੰਦੀ ਆ ਜਾਂ ਜਿੰਨੀ ਵੀ ਐਟਮੋਸਫੇਅਰ ਤੋਂ ਲੀਵਸ ਵਗੈਰਾ ਕਹਿ ਲਓ ਕਿ ਕਾਰਬਨ ਡਾਈਆਕਸਾਈਡ ਐਬਜ਼ੋਰਬ ਕਰਦੇ ਆ, ਉਹ ਸਾਰੀ ਕਾਰਬਨ ਡਾਈਆਕਸਾਈਡ ਕੰਜ਼ਿਊਮ ਹੋ ਜਾਂਦੀ ਆ ਇਨ ਫੋਟੋਸਿੰਥਸਿਸ ਪ੍ਰੋਸੈਸ, ਹੈ ਨਾ। ਪੜ੍ਹਿਆ ਨਾ ਫੋਟੋਸਿੰਥਸਿਸ ਪ੍ਰੋਸੈਸ ਕਿ ਕਲੋਰੋਫਿਲ, ਲਾਈਟ, ਕਾਰਬਨ ਡਾਈਆਕਸਾਈਡ, ਵਾਟਰ ਮਿਲ ਕੇ ਗਲੂਕੋਜ਼ ਬਣਾਉਂਦੇ ਹੈ, ਫੋਟੋਸਿੰਥਸਿਸ ਪ੍ਰੋਸੈਸ ਹੈ। ਤਾਂ ਜਦੋਂ ਕਾਰਬਨ ਡਾਈਆਕਸਾਈਡ ਕੰਜ਼ਿਊਮ ਹੋਈ ਜਾਣੀ ਆ, ਮਤਲਬ ਉੱਥੇ ਕੰਸਨਟ੍ਰੇਸ਼ਨ ਆਫ ਕਾਰਬਨ ਡਾਈਆਕਸਾਈਡ ਘਟੀ ਜਾਣਾ ਆ ਕਿਉਂਕਿ ਉਹ ਯੂਜ਼ ਹੋਈ ਜਾਣੀ ਆ। ਤਾਂ ਕਾਰਬਨ ਡਾਈਆਕਸਾਈਡ ਦੇ ਕੰਜ਼ਿਊਮ ਹੋਣ ਨਾਲ ਜਾਂ ਕੰਸਨਟ੍ਰੇਸ਼ਨ ਘਟਣ ਨਾਲ ਗਾਰਡ ਸੈਲਸ ਦੇ ਵਿੱਚ pH ਜਿਹੜਾ ਆ ਉਹ ਇਨਕਰੀਜ਼ ਹੋ ਜਾਂਦਾ ਆ। ਹੁਣ ਇਹ ਸਾਰਾ ਪ੍ਰੋਸੈਸ ਆਪਾਂ ਕਿਉਂਕਿ ਸਟੋਮੈਟਾ 'ਚ ਪੜ੍ਹ ਰਹੇ ਹਾਂ ਤਾਂ ਸਟੋਮੈਟਾ ਤੁਸੀਂ ਗਾਰਡ ਸੈਲਸ 'ਤੇ ਸਾਰਾ ਇਹ ਪ੍ਰੋਸੈਸ ਹੁੰਦਾ ਆ, ਇਹ ਧਿਆਨ ਰੱਖਣਾ ਹੈ। ਹੁਣ ਗਾਰਡ ਸੈਲਸ ਦੇ ਅੰਦਰ pH ਇਨਕਰੀਜ਼ ਹੋ ਜਾਂਦਾ ਆ ਅਤੇ ਜਿਹੜੀ ਕਹਿ ਲਓ ਕਿ ਜਦੋਂ pH ਇਨਕਰੀਜ਼ ਹੁੰਦਾ ਆ ਹੁਣ ਫੋਸਫੋਰੀਲੇਸ ਇੰਜ਼ਾਈਮ ਦੀ ਆਪਾਂ ਉੱਪਰ ਗੱਲ ਕੀਤੀ ਤਾਂ ਇੱਕ ਇੰਜ਼ਾਈਮ ਐਕਟੀਵੇਟ ਹੁੰਦੀ ਆ ਫੋਸਫੋਰੀਲੇਸ। ਇਹ ਫੋਸਫੋਰੀਲੇਸ ਇੰਜ਼ਾਈਮ ਦਾ ਅਲੱਗ-ਅਲੱਗ pH 'ਤੇ ਅਲੱਗ-ਅਲੱਗ ਕੰਮ ਹੁੰਦਾ ਆ। ਇੱਥੇ ਜਿੱਥੇ pH ਇਨਕਰੀਜ਼ ਹੁੰਦਾ ਆ ਉੱਥੇ ਫੋਸਫੋਰੀਲੇਸ ਇੰਜ਼ਾਈਮ ਜਿਹੜਾ ਰਾਤ ਨੂੰ ਸਟਾਰਚ ਬਣਿਆ ਹੁੰਦਾ ਆ ਜਾਂ ਜਦੋਂ ਫੋਟੋਸਿੰਥਸਿਸ ਨਹੀਂ ਹੁੰਦੀ ਉਸ ਵੇਲੇ ਸਟਾਰਚ ਬਣਦਾ ਆ, ਤਾਂ ਇਹ ਜਿਹੜਾ ਸਟਾਰਚ ਆ ਕਨਵਰਟ ਹੋ ਜਾਂਦਾ ਇਨਟੂ ਗਲੂਕੋਜ਼। ਸਟਾਰਚ ਜਿਹੜਾ ਆ ਉਹ ਕਨਵਰਟ ਹੋ ਜਾਂਦਾ ਆ ਇਨਟੂ ਗਲੂਕੋਜ਼, ਠੀਕ ਹੈ। ਇਹ ਸਾਰਾ ਦਿਨ ਵੇਲੇ ਪ੍ਰੋਸੈਸ ਚੱਲਦਾ ਹੈ ਜਦੋਂ ਫੋਟੋਸਿੰਥਸਿਸ ਹੁੰਦਾ ਆ ਔਰ ਗਾਰਡ ਸੈਲਸ ਦੇ ਵਿੱਚ ਚੱਲ ਰਿਹਾ ਹੈ। ਹੁਣ ਜਦੋਂ ਸਟਾਰਚ ਕਨਵਰਟ ਹੋ ਗਿਆ ਗਲੂਕੋਜ਼ ਦੇ ਵਿੱਚ ਤਾਂ ਜਿਹੜਾ ਕਹਿ ਲਓ ਕਿ ਗਾਰਡ ਸੈਲਸ ਦੇ ਵਿੱਚ ਵਾਟਰ ਪ੍ਰੈਜ਼ੈਂਟ ਹੁੰਦਾ ਆ ਜਾਂ ਅਸੀਂ ਹਲੇ ਇੰਨਾ ਕੁ ਸੋਚਦੇ ਹਾਂ ਕਿ ਗਲੂਕੋਜ਼ ਜਿਹੜਾ ਆ ਉਹ ਡਿਜ਼ੋਲੇਬਲ ਆ, ਸੋਲਿਊਬਲ ਆ ਇਨ ਵਾਟਰ, ਠੀਕ ਹੈ। ਗਲੂਕੋਜ਼ ਛੇਤੀ ਪਾਣੀ ਦੇ ਵਿੱਚ ਘੁਲ ਜਾਂਦਾ ਆ, ਬਸ ਤੁਸੀਂ ਇੰਨਾ ਯਾਦ ਰੱਖਣਾ। ਹੁਣ ਗਲੂਕੋਜ਼ ਵਾਟਰ ਦੇ ਵਿੱਚ ਡਿਜ਼ੋਲਵ ਹੁੰਦਾ ਆ ਤਾਂ ਇਹਦੇ ਨਾਲ ਕੀ ਹੋਣਾ ਆ ਕਿ ਜਿਹੜਾ ਗਾਰਡ ਸੈਲਸ ਦੇ ਵਿੱਚ ਔਸਮੋਟਿਕ ਪੋਟੈਂਸ਼ੀਅਲ ਆ, ਠੀਕ ਹੈ, ਔਸਮੋਟਿਕ ਪੋਟੈਂਸ਼ੀਅਲ ਜਿਹੜਾ ਆ ਉਹ ਇਨਕਰੀਜ਼ ਹੋ ਜਾਣਾ ਆ।
ਜਿੱਦਾਂ ਹੀ ਔਸਮੋਟਿਕ ਪੋਟੈਂਸ਼ੀਅਲ ਇਹਨਾਂ ਗਾਰਡ ਸੈਲਸ ਦੇ ਵਿੱਚ ਇਨਕਰੀਜ਼ ਹੋਇਆ ਤਾਂ ਇੱਥੇ ਔਸਮੋਟਿਕ ਪੋਟੈਂਸ਼ੀਅਲ ਇਨਕਰੀਜ਼ ਹੋਇਆ ਤਾਂ ਕੀ ਆ, ਜ਼ਿਆਦਾ ਤੋਂ ਜ਼ਿਆਦਾ ਪਾਣੀ ਜਿਹੜਾ ਆ ਗਾਰਡ ਸੈਲਸ ਦੇ ਵਿੱਚ ਆ ਜਾਣਾ ਆ ਫਰੋਮ ਆਊਟਰ ਸੈਲਸ, ਬਾਹਰਲੇ ਸੈਲ ਇਪੀਡਰਮਲ ਸੈਲਸ ਤੋਂ ਪਾਣੀ ਜਿਹੜਾ ਆ ਉਹ ਅੰਦਰ ਵੜਨਾ ਸ਼ੁਰੂ ਹੋ ਜਾਣਾ ਆ ਗਾਰਡ ਸੈਲਸ ਦੇ ਵਿੱਚ। ਹੁਣ ਜਿੰਨਾ ਜ਼ਿਆਦਾ ਪਾਣੀ ਅੰਦਰ ਵੜੀ ਜਾਊਗਾ ਉਹਦੇ ਨਾਲ ਕੀ ਆ ਜਿਹੜੇ ਗਾਰਡ ਸੈਲਸ ਆ ਪਾਣੀ ਨੂੰ ਐਬਜ਼ੌਰਬ ਕਰਕੇ ਇਹਨਾਂ ਨੇ ਫੁੱਲ ਜਾਣਾ, ਸਵੈਲ ਹੋ ਜਾਣਾ ਆ। ਸਵੈਲ ਹੋ ਗਿਆ ਮਤਲਬ ਟਰਜਿਡ ਹੋ ਗਏ ਇਹ ਸੈੱਲ। ਹੁਣ ਜ਼ਿਆਦਾ ਪਾਣੀ ਇਕੱਠਾ ਹੋ ਗਿਆ ਤਾਂ ਇਹਨਾਂ ਦੇ ਫਟਣ ਦਾ ਵੀ ਡਰ ਆ, ਤਾਂ ਇਹਨਾਂ ਨੇ ਕੀ ਕਰਨਾ ਆ, ਆਪਣੇ ਆਪ ਨੂੰ ਥੋੜ੍ਹਾ ਜਿਹਾ ਖੋਲ੍ਹ ਲੈਣਾ ਆ ਤਾਂ ਕਿ ਜਿਹੜਾ ਐਕਸਟਰਾ ਪਾਣੀ ਆ ਉਹ ਬਾਹਰ ਨਿਕਲੀ ਜਾਵੇ। ਇਹਨੂੰ ਅਸੀਂ ਕਹਿੰਦੇ ਆ ਸਟੋਮੈਟਲ ਓਪਨਿੰਗ, ਠੀਕ ਹੈ, ਓਪਨਿੰਗ ਆਫ ਦਾ ਸਟੋਮੈਟਾ, ਠੀਕ ਹੈ। ਫਿਰ ਦੂਸਰੀ ਤਰਫ ਕੀ ਹੋਣਾ ਆ, ਜਦੋਂ ਰਾਤ ਹੁੰਦੀ ਆਪੋਜ਼ਿਟ ਪ੍ਰੋਸੈਸ ਹੋਣਾ ਆ। ਅਸੀਂ ਇੱਥੇ ਕੰਪੈਰੀਜ਼ਨ ਕਰ ਸਕਦੇ ਹਾਂ। ਜਦੋਂ ਰਾਤ ਹੁੰਦੀ ਆ ਸਟੋਮੈਟਾ ਕਲੋਜ਼ ਹੁੰਦੇ ਆ। ਮਤਲਬ ਕਿਉਂ ਕਲੋਜ਼ ਹੁੰਦੇ ਆ ਕਿ ਕੋਈ ਫੋਟੋਸਿੰਥੇਸਿਸ ਰਾਤ ਵੇਲੇ ਨਹੀਂ ਹੁੰਦਾ ਹੈਗਾ। ਫੋਟੋਸਿੰਥੇਸਿਸ ਹੋਣ ਲਈ ਲਾਈਟ ਦਾ ਹੋਣਾ ਜ਼ਰੂਰੀ ਆ, ਠੀਕ ਹੈ। ਫੋਟੋਸਿੰਥੇਸਿਸ ਨਹੀਂ ਹੁੰਦੀ ਮਤਲਬ CO2 ਕੰਜ਼ਿਊਮ ਨਹੀਂ ਹੋਣੀ ਹੈਗੀ, ਤਾਂ ਆਹ ਗਾਰਡ ਸੈਲਸ ਦੇ ਵਿੱਚ CO2 ਦੀ ਕੰਸਨਟ੍ਰੇਸ਼ਨ ਜਿਹੜੀ ਆ ਉਹ ਇੱਥੇ CO2 ਇਕੱਠੀ ਹੋ ਜਾਣੀ ਆ, ਅਕਮੂਲੇਟ ਹੋ ਜਾਣੀ ਆ, ਅਤੇ ਅਕਮੂਲੇਟ ਹੋ ਕੇ ਹੁਣ ਇਹ ਗਾਰਡ ਸੈਲਸ ਦਾ ਜਿਹੜਾ pH ਆ ਉਹ ਡਿਕਰੀਜ਼ ਹੋ ਜਾਣਾ ਆ, ਠੀਕ ਹੈ। pH ਇਨ ਦਾ ਗਾਰਡ ਸੈਲ ਡਿਕਰੀਜ਼ਸ। ਤਾਂ ਮੈਂ ਪਹਿਲਾਂ ਵੀ ਦੱਸਿਆ ਕਿ ਜਿਹੜੀ ਫਾਸਫੋਰੀਲੇਸ ਐਂਜ਼ਾਈਮ ਇੱਥੇ ਐਕਟੀਵੇਟ ਹੋਣੀ ਆ pH ਡਿਕਰੀਜ਼ ਹੋਣ ਨਾਲ, ਉਹਦਾ ਡਿਕਰੀਜ਼ pH ਅਲੱਗ ਕੰਮ ਆ, ਇਨਕਰੀਜ਼ pH ਅਲੱਗ ਕੰਮ ਆ। ਹੁਣ ਇਸ ਫਾਸਫੋਰੀਲੇਸ ਐਂਜ਼ਾਈਮ ਨੇ ਜਿਹੜਾ ਗਲੂਕੋਜ਼ ਦਿਨ ਵੇਲੇ ਬਣਦਾ ਆ ਉਸ ਗਲੂਕੋਜ਼ ਨੂੰ ਦੁਬਾਰਾ ਤੋੜ ਦੇਣਾ ਆ, ਸਟਾਰਚ ਦੇ ਵਿੱਚ ਕਨਵਰਟ ਕਰ ਦੇਣਾ ਆ ਸਟਾਰਚ ਦੇ ਵਿੱਚ। ਤਾਂ ਜਦੋਂ ਸਟਾਰਚ ਦੇ ਵਿੱਚ ਕਨਵਰਟ ਹੋ ਗਿਆ, ਹੁਣ ਇਹ ਸਟਾਰਚ ਜਿਹੜਾ ਆ ਇੱਥੇ ਇਨਸੋਲਿਬਲ ਹੁੰਦਾ ਆ। ਇਹ ਭਾਵੇਂ ਪਾਣੀ ਪ੍ਰੈਜ਼ੈਂਟ ਹੈ ਪਰ ਇਹ ਉਹ 'ਚ ਘੁਲਦਾ ਹੀ ਨਹੀਂ ਹੈਗਾ। ਇਨਸੋਲਿਬਲ ਹੋਣ ਨਾਲ ਇਹਦਾ ਇੱਥੇ ਕੀ ਹੋਣਾ, ਗਾਰਡ ਸੈਲਸ ਦੇ ਵਿੱਚ ਵਾਟਰ ਪੋਟੈਂਸ਼ੀਅਲ ਇਨਕਰੀਜ਼ ਹੋ ਜਾਣਾ ਆ, ਇਨਕਰੀਜ਼ ਆਫ ਵਾਟਰ ਪੋਟੈਂਸ਼ੀਅਲ। ਹੁਣ ਜਿੱਦਾਂ ਹੀ ਵਾਟਰ ਪੋਟੈਂਸ਼ੀਅਲ ਇਨਕਰੀਜ਼ ਹੋਇਆ ਤਾਂ ਜਿੰਨਾ ਪਾਣੀ ਇੱਥੇ ਪ੍ਰੈਜ਼ੈਂਟ ਸੀਗਾ ਉਹ ਸਾਰਾ ਬਾਹਰ ਮੂਵ ਹੋ ਜਾਣਾ ਆ। ਐਗਜ਼ੋਸਮੋਸਿਸ ਹੋ ਗਿਆ ਜਾਂ ਪਲਾਸਮੋਲਿਸਿਸ ਹੋ ਗਿਆ, ਮਤਲਬ ਇਹ ਸੈੱਲ ਪਿਚਕ ਜਾਣੇ ਆ, ਸ਼ਰਿੰਕੇਜ ਹੋ ਜਾਣੀ ਆ ਆਫ ਦਿਸ ਸੈੱਲ। ਤਾਂ ਹੋਰ ਜ਼ਿਆਦਾ ਪਾਣੀ ਲਾਸ ਨਾ ਹੋਵੇ, ਬਾਹਰ ਨਾ ਜਾਵੇ, ਉਹਨੂੰ ਰੋਕਣ ਲਈ ਐਕਸਟਰਾ ਲਾਸ ਆਫ ਵਾਟਰ ਨੂੰ ਰੋਕਣ ਲਈ ਸਟੋਮੈਟਾ ਕਲੋਜ਼ ਹੋ ਜਾਂਦੇ ਆ। ਤਾਂ ਇੱਥੇ ਚਲੋ ਮੈਂ ਇੱਥੇ ਇੱਕ, ਠੀਕ ਹੈ, ਹੁਣ ਤੁਸੀਂ ਇੱਥੇ ਇੱਕ ਉਹ ਵਾਲੇ ਡਾਇਗਰਾਮ ਤੋਂ ਪਿਛਲੇ ਵਾਲਿਆਂ ਤੋਂ ਬਣਾ ਲੈਣੀ ਆ। ਗਾਰਡ ਸੈੱਲ ਆ, ਇਹਨੂੰ ਤੁਸੀਂ ਖੋਲ੍ਹ ਦੇਣਾ ਆ, ਠੀਕ ਹੈ। ਇੱਥੇ ਗਾਰਡ ਸੈਲਸ ਜਿਹੜੇ ਆ ਉਹ ਪਿਚਕ ਜਾਣੇ ਆ, ਸਟੋਮੈਟਾ ਜਿਹੜੇ ਕਲੋਜ਼ ਦਿਖਾ ਦੇਣੇ ਆ ਸਬਸਿਡਰੀ ਸੈਲਸ ਆ। ਇਹ ਡਾਇਗਰਾਮ ਮੈਂ ਤੁਸੀਂ ਬਣਾ ਲੈਣਾ ਆ। ਵੈਸੇ ਮੈਂ ਸ਼ਾਇਦ ਬਣਾਇਆ ਸੀ ਦੂਸਰੇ ਪੇਜ 'ਤੇ, ਪਰ ਕੋਈ ਗੱਲ ਨਹੀਂ। ਫਿਰ ਬੇਟਾ ਹੁਣ ਇੱਥੇ ਇੱਕ ਤੁਸੀਂ ਇਹ ਵੀ ਕਹਿ ਸਕਦੇ ਹੋ ਕਿ ਜਿਵੇਂ ਕਹਿ ਲਓ ਕਿ ਆ ਜਿਹੜਾ ਫੋਟੋਸਿੰਥੇਸਿਸ ਹੁੰਦਾ ਆ, ਹੁਣ ਸਾਰੀ CO2 ਇਹ ਥੋੜ੍ਹਾ ਜਿਹਾ ਜਿੱਦਾਂ ਇੱਕ ਪੁਆਇੰਟ ਜੇ ਤੁਸੀਂ ਐਡ ਕਰਨਾ ਹੋਵੇ, ਕਿਸੇ ਬੁੱਕ 'ਚ ਹੈਗਾ ਕਿਸੇ 'ਚ ਨਹੀਂ ਹੈਗਾ। ਇੱਥੇ ਜਿਹੜੀ CO2 ਸਾਰੀ ਫੋਟੋਸਿੰਥੇਸਿਸ 'ਚ ਕੰਜ਼ਿਊਮ ਹੋ ਰਹੀ ਆ, ਤਾਂ ਮਤਲਬ CO2 ਵਾਟਰ ਨਾਲ ਮਿਲ ਕੇ ਕਾਰਬੋਨਿਕ ਐਸਿਡ ਨਹੀਂ ਬਣਾ ਰਹੀ ਹੈਗੀ। ਕਾਰਬੋਨਿਕ ਐਸਿਡ ਨਹੀਂ ਬਣ ਰਿਹਾ ਤਾਂ ਇਟ ਮੀਨਸ ਗਾਰਡ ਸੈਲਸ ਦੇ ਵਿੱਚ ਕਿਹੜੀ ਕੰਡੀਸ਼ਨ ਹੋਣੀ ਆ, ਬੇਸਿਕ ਕੰਡੀਸ਼ਨ ਹੋਣੀ ਆ। ਉਸ ਬੇਸਿਕ ਕੰਡੀਸ਼ਨ ਦੇ ਕਾਰਨ ਹੀ ਜਿਹੜਾ ਕਹਿ ਲਓ pH ਆ ਉਹ ਇਨਕਰੀਜ਼ ਹੁੰਦਾ ਆ, ਠੀਕ ਹੈ। ਇਹ ਯਾਦ ਰੱਖਣਾ ਆ ਕਿਉਂ pH ਇਨਕਰੀਜ਼ ਹੁੰਦਾ ਆ, ਕਿਉਂਕਿ ਕਾਰਬਨ ਡਾਈਆਕਸਾਈਡ ਜਿਹੜੀ ਆ ਉਹ ਤਾਂ ਸਾਰੀ ਫੋਟੋਸਿੰਥੇਸਿਸ ਪ੍ਰੋਸੈਸ 'ਚ ਯੂਜ਼ ਹੋ ਰਹੀ ਆ। ਮਤਲਬ ਕਾਰਬਨ ਡਾਈਆਕਸਾਈਡ ਪਾਣੀ ਨਾਲ ਮਿਲ ਕੇ ਕਾਰਬੋਨਿਕ ਐਸਿਡ ਨਹੀਂ ਬਣਾ ਸਕ ਰਹੀ ਆ। ਐਸਿਡ ਜਦ ਬਣਨਾ ਹੀ ਨਹੀਂ ਤਾਂ ਆਪਣੇ ਆਪ ਹੀ ਗਾਰਡ ਸੈਲਸ ਦੇ ਵਿੱਚ ਬੇਸਿਕ ਕੰਡੀਸ਼ਨ ਹੁੰਦੀ ਆ। ਉਸ ਬੇਸਿਕ ਕੰਡੀਸ਼ਨ ਦੇ ਕਾਰਨ ਹੀ pH ਜਿਹੜਾ ਆ ਉਹ ਇਨਕਰੀਜ਼ ਹੁੰਦਾ ਆ। ਤਾਂ ਕਿਉਂ ਮਤਲਬ ਕੁਐਸਚਨ ਆਵੇ ਕਿ ਕਿਉਂ pH ਇਨਕਰੀਜ਼ ਹੁੰਦਾ ਹੈ ਤਾਂ ਤੁਸੀਂ ਇਹ ਆਨਸਰ ਉੱਥੇ ਦੇ ਸਕਦੇ ਹੋ। ਔਨ ਦਾ ਅਦਰ ਹੈਂਡ ਰਾਤ ਨੂੰ ਜਦੋਂ ਫੋਟੋਸਿੰਥੇਸਿਸ ਨਹੀਂ ਹੁੰਦਾ, CO2 ਹੁੰਦਾ ਆ। ਹੁਣ CO2 ਪਲੱਸ ਵਾਟਰ ਮਿਲ ਕੇ ਕਾਰਬੋਨਿਕ ਐਸਿਡ ਬਣਾਉਣਾ ਆ।
ਇੱਥੇ एसिड ਬਣ ਜਾਣਾ ਆ। एसिड ਬਣਨ ਦੇ ਨਾਲ ਹੀ बेसिसिटी ਘੱਟ ਜਾਣੀ ਆ, ਮਤਲਬ ਗਾਰਡ ਸੈਲਸ 'ਚ pH ਜਿਹੜਾ ਉਹ ਡਿਕਰੀਜ਼ ਹੋ ਜਾਣਾ ਆ। ਇਹ ਚੀਜ਼ਾਂ ਜਿਹੜੀਆਂ ਧਿਆਨ ਰੱਖਣੀਆਂ ਆ। ਫਿਰ ਬੇਟਾ ਜਿਹੜਾ ਨੈਕਸਟ ਹੁਣ ਇਹ ਜਿਵੇਂ ਹੁਣ ਜ਼ਿਨ ਸਿੰਘ ਨੇ ਵੀ ਥਿਓਰੀ ਦੇ ਦਿੱਤੀ ਸੀ, ਫਾਸਫੋਰੀਲੇਜ਼ ਦੇ ਬਾਰੇ 'ਚ ਦੱਸਿਆ। ਫਿਰ ਨੈਕਸਟ ਜਿਹੜੇ ਸਾਇੰਟਿਸਟ ਸੀਗੇ, ਇਹ ਥਿਓਰੀ ਦਾ ਵੀ ਥੋੜ੍ਹਾ ਜਿਹਾ ਉੱਪਰ ਕ੍ਰਿਟਿਸਿਜ਼ਮ ਸੀਗਾ। ਕ੍ਰਿਟਿਸਿਜ਼ਮ ਇਹ ਸੀਗਾ ਕਿ ਜਿੰਨਾ ਵੀ ਜਿਹੜਾ ਕਹਿ ਲਓ ਕਿ ਗਲੂਕੋਜ਼ ਕਨਵਰਟ ਹੋ ਰਿਹਾ ਆ, ਜਾਂ ਫਿਰ ਕਿੰਨਾ ਕੁ pH ਇਨਕਰੀਜ਼ ਹੋ ਰਿਹਾ ਆ, ਜਾਂ ਫਿਰ ਕਹਿ ਲਓ ਕਿ ਕਿੰਨੇ ਕਹਿ ਲਓ ਅਸੀਂ ਕਹਿ ਸਕਦੇ ਹਾਂ ਕਿ ਕੰਸਨਟ੍ਰੇਸ਼ਨ 'ਚ ਜਿੰਨੀਆਂ ਵੀ ਚੀਜ਼ਾਂ ਘੱਟ ਰਹੀਆਂ ਜਾਂ ਵੱਧ ਰਹੀਆਂ, ਇੱਕ ਤਰ੍ਹਾਂ ਦੀ ਕਹਿ ਸਕਦੇ ਹਾਂ ਕਿ ਉਹਨਾਂ ਦਾ ਕੋਈ ਪ੍ਰੈਕਟੀਕਲੀ ਪ੍ਰੂਵ ਨਹੀਂ ਮਿਲਿਆ ਕਿ ਕਿੰਨਾ ਕੁ ਘੱਟ ਰਿਹਾ, ਕਿੰਨਾ ਕੁ ਵੱਧ ਰਿਹਾ, ਜਾਂ ਫਾਸਫੋਰੀਲੇਜ਼ ਕਦੋਂ ਕੁ ਐਕਟੀਵੇਟ ਹੋ ਰਹੀ ਹੈ, ਕਿੰਨੀ ਕੁ ਐਕਟੀਵੇਟ ਹੋ ਕੇ ਉਹਨੇ ਗਲੂਕੋਜ਼ ਨੂੰ ਕਨਵਰਟ ਕੀਤਾ ਇਨ ਸਟਾਰਚ, ਜਾਂ ਸਟਾਰਚ ਦਾ ਕਨਵਰਜਨ ਹੋਇਆ ਗਲੂਕੋਜ਼। ਤਾਂ ਇਹ ਸਾਰੀਆਂ ਜਿਹੜੀਆਂ ਲਿਮੀਟੇਸ਼ਨਸ ਦੇ ਕਾਰਨ ਫਿਰ ਸਟੀਵਾਰਡ ਨੇ ਇੱਕ ਮੋਡੀਫਾਈਡ ਥਿਓਰੀ ਦਿੱਤੀ। ਹੈ ਉਹ ਸਟਾਰਚ ਸ਼ੂਗਰ ਹਾਈਪੋਥੇਸਿਸ ਹੀ ਆ, ਬਟ ਮੋਡੀਫਾਈਡ ਥਿਓਰੀ ਆ ਸਾਇਰੇ ਦੀ, ਹੈ ਨਾ। ਸਾਇਰੇ ਨੇ ਦਿੱਤੀ ਸੀ ਉਹ ਸਟਾਰਚ ਸ਼ੂਗਰ ਹਾਈਪੋਥੇਸਿਸ 1923 ਦੇ ਵਿੱਚ, ਅਤੇ ਸਟੀਵਾਰਡ ਨੇ ਇਹਦੀ ਮੋਡੀਫਾਈਡ ਥਿਓਰੀ ਦਿੱਤੀ। ਹੁਣ ਹੈ ਕੁਛ ਨਹੀਂ, ਸਾਰਾ ਪ੍ਰੋਸੈਸ ਸੇਮ ਆ ਜੋ ਅਸੀਂ ਉੱਪਰ ਪੜ੍ਹਿਆ, ਬਸ ਸਿਰਫ ਸਟੀਵਾਰਡ ਨੇ ਜਿਹੜਾ ਦੱਸਿਆ ਕਿ ਇਹਨੂੰ ਇੱਕ ਸਾਈਕਲਿਕ ਫਾਰਮ 'ਚ ਦੱਸਿਆ, ਥੋੜ੍ਹਾ ਜਿਹਾ ਮੋਡੀਫਾਈ ਕਰਤਾ। ਹੁਣ ਸਟੀਵਾਰਡ ਦਾ ਇਹ ਕਹਿਣਾ ਸੀਗਾ ਕਿ ਜਿਹੜਾ ਸਟਾਰਚ ਆ ਉਹ ਡਾਇਰੈਕਟ ਗਲੂਕੋਜ਼ 'ਚ ਨਹੀਂ ਕਨਵਰਟ ਹੁੰਦਾ। ਸਟਾਰਚ ਜਿਹੜਾ ਆ ਸਭ ਤੋਂ ਪਹਿਲਾਂ ਗਲੂਕੋਜ਼ 1,6 ਫਾਸਫੇਟ ਬਣਾਉਂਦਾ ਆ ਇਨ ਦਾ ਪ੍ਰੈਜ਼ੈਂਸ ਆਫ ਐਂਜ਼ਾਈਮ ਫਾਸਫੋਰੀਲੇਜ਼ ਔਰ ਐਟ pH 7। ਤਾਂ ਇਹ ਹੁਣ ਗਲੂਕੋਜ਼ 1 ਫਾਸਫੇਟ ਜਿਹੜਾ ਆ ਇਹ ਆਸਮੋਟਿਕਲੀ ਬਹੁਤ ਜ਼ਿਆਦਾ ਐਕਟਿਵ ਨਹੀਂ ਹੁੰਦਾ, ਮਤਲਬ ਕਿ ਇਹ ਅੱਗੇ ਕੋਈ ਰਿਐਕਸ਼ਨ ਨਹੀਂ ਕਰ ਸਕਦਾ, ਜਾਂ ਅੱਗੇ ਇਹ ਕਿਸੇ ਚੀਜ਼ ਨੂੰ ਐਕਟਿਵ ਨਹੀਂ ਕਰ ਸਕਦਾ। ਤਾਂ ਇਸ ਕਰਕੇ ਗਲੂਕੋਜ਼ 1 ਫਾਸਫੇਟ ਨੂੰ ਜਾਂ ਸਟਾਰਚ ਨੂੰ ਕਿਸੇ ਐਸੇ ਕੰਪਾਊਂਡ 'ਚ ਟੁੱਟਣਾ ਪੈਣਾ ਆ ਜਿਹੜਾ ਜ਼ਿਆਦਾ ਐਕਟਿਵ ਹੋਵੇ, ਐਕਟਿਵ ਹੋ ਕੇ ਉਹ ਰੀਕਨਵਰਜਨ ਕਰ ਸਕੇ। ਠੀਕ ਹੈ, ਗਲੂਕੋਜ਼ ਜਿਹੜਾ ਸਟਾਰਚ 'ਚ ਦੁਬਾਰਾ ਰੀਕਨਵਰਟ ਹੋ ਸਕੇ। ਤਾਂ ਇਹ ਉਹਨੇ ਦੱਸਿਆ ਸੀ ਕਿ ਸਟਾਰਚ ਜਿਹੜਾ ਪਹਿਲਾਂ ਗਲੂਕੋਜ਼ 1 ਫਾਸਫੇਟ ਦੇ ਵਿੱਚ ਐਕਟਿਵ ਹੁੰਦਾ ਆ, ਉਹ ਗਲੂਕੋਜ਼ 1 ਫਾਸਫੇਟ ਜਿਹੜਾ ਆ ਆਸਮੋਟਿਕਲੀ ਇੰਨਾ ਪਾਵਰਫੁਲ ਨਹੀਂ ਹੁੰਦਾ ਹੈਗਾ ਕਿ ਉਹ ਫਰਦਰ ਕੋਈ ਰਿਐਕਸ਼ਨ ਕਰ ਸਕੇ ਜਾਂ ਰੀਕਨਵਰਜਨ ਕਰ ਸਕੇ। ਇਸ ਕਰਕੇ ਉਹਨੂੰ ਪਹਿਲਾਂ ਗਲੂਕੋਜ਼ 1 ਫਾਸਫੇਟ ਜਿਹੜਾ ਆ ਇਹ ਗਲੂਕੋਜ਼ 6 ਫਾਸਫੇਟ 'ਚ ਕਨਵਰਟ ਹੁੰਦਾ ਆ। ਗਲੂਕੋਜ਼ 6 ਫਾਸਫੇਟ ਇਨ ਦਾ ਪ੍ਰੈਜ਼ੈਂਸ ਆਫ ਐਂਜ਼ਾਈਮ ਫਾਸਫੋਗਲੂਕੋਮਿਊਟੇਜ਼, ਅਤੇ ਫਿਰ ਇਹ ਗਲੂਕੋਜ਼ 6 ਫਾਸਫੇਟ ਜਿਹੜਾ ਆ ਗਲੂਕੋਜ਼ 'ਚ ਕਨਵਰਟ ਹੁੰਦਾ ਆ ਇਨ ਦਾ ਪ੍ਰੈਜ਼ੈਂਸ ਆਫ ਐਂਜ਼ਾਈਮ ਫਾਸਫੇਟੇਜ਼। ਫਿਰ ਇਹ ਗਲੂਕੋਜ਼ ਅਤੇ ਗਲੂਕੋਜ਼ ਬਣਦਾ ਅਤੇ ਇਨਆਰਗੈਨਿਕ ਫਾਸਫੇਟ ਇੱਥੋਂ ਅਲੱਗ ਹੋ ਜਾਂਦਾ ਆ। ਔਰ ਇਹ ਜਿਹੜਾ ਗਲੂਕੋਜ਼ ਆ ਜਦੋਂ ਰਾਤ ਵੇਲੇ ਫੋਟੋਸਿੰਥੇਸਿਸ ਨਹੀਂ ਹੁੰਦਾ, ਉਸ ਵੇਲੇ ਰੈਸਪੀਰੇਸ਼ਨ ਜਾਂ ਹੋਰ ਪ੍ਰੋਸੈਸਿਸ ਹੁੰਦੇ ਆ, ਤਾਂ ਉਹਦੇ ਵਿੱਚੋਂ ਆਕਸੀਜਨ ਲੈਂਦਾ ਆਉਂਦੀ ਆ ਜਿਹੜੀ ਅੰਦਰ, ਉਹਦੇ ਨਾਲ ਰਿਐਕਸ਼ਨ ਕਰਕੇ ATP ਐਨਰਜੀ ਨੂੰ ਯੂਜ਼ ਕਰਕੇ ਰੀਕਨਵਰਟ ਹੋ ਜਾਂਦਾ ਹੈ ਇਨਟੂ ਗਲੂਕੋਜ਼ 1 ਫਾਸਫੇਟ, ਅਤੇ ਗਲੂਕੋਜ਼ 1 ਫਾਸਫੇਟ ਜਿਹੜਾ ਆ ਉਹ ਫਿਰ ਤੀ ਕਨਵਰਟ ਹੋ ਜਾਂਦਾ ਆ ਸਟਾਰਚ ਦੇ ਵਿੱਚ। ਮੈਂ ਇੱਕ ਵਾਰੀ ਦੁਬਾਰਾ ਰਿਪੀਟ ਕਰ ਦਿੰਦੀ ਹਾਂ ਕਿ ਸਟੀਵਾਰਟ ਦੀ ਥਿਓਰੀ ਜਿਹੜੀ ਆ ਹੈ ਐਗਜ਼ੈਕਟਲੀ ਤਾਂ ਜੋ ਸਟਾਰਚ ਸ਼ੂਗਰ ਹਾਈਪੋਥੇਸਿਸ ਸੀਗਾ ਸਾਇਰੇ ਦਾ ਉਹੀ ਆ, ਔਰ ਲਾਈਟ ਔਰ ਡਾਰਕ ਸੇਮ ਇੱਦਾਂ ਹੀ ਚੱਲਦੀ ਆ। ਬਸ ਫਰਕ ਕੀ ਸੀਗਾ ਕਿ ਇਹਨੇ ਇਹ ਦੱਸਿਆ ਕਿ ਸਟਾਰਚ ਜਿਹੜਾ ਆ ਉਹ ਕਨਵਰਟ ਹੁੰਦਾ ਆ ਪਹਿਲਾਂ ਗਲੂਕੋਜ਼ 1 ਫਾਸਫੇਟ,
ਗਲੂਕੋਜ਼ 1 ਫਾਸਫੇਟ ਜਿਹੜਾ ਉਹ ਇੰਨਾ ਆਸਮੈਟਿਕਲੀ ਪੋਟੈਂਸ਼ੀਅਲ ਉਹਦੇ ਵਿੱਚ ਜਾਂ ਐਕਟਿਵ ਨਹੀਂ ਹੁੰਦਾ ਹੈਗਾ ਕਿ ਉਹ ਫਰਦਰ ਕਨਵਰਜਨ ਜਿਹੜੀ ਕਰ ਸਕੇ। ਇਸ ਕਰਕੇ ਗਲੂਕੋਜ਼ 1 ਫਾਸਫੇਟ ਜਿਹੜਾ ਆ ਉਹ ਇੰਜ਼ਾਈਮ ਫਾਸਫੋਗਲੂਕੋਮਿਊਟੇਜ਼ ਦੀ ਪ੍ਰੈਜ਼ੈਂਸ ਦੇ ਵਿੱਚ ਟੁੱਟਦਾ ਆ ਗਲੂਕੋਜ਼ 6 ਫਾਸਫੇਟ ਡਿਊਰਿੰਗ ਡੇ। ਇਹ ਰਿਐਕਸ਼ਨ ਚੱਲਦੀ ਹੈ ਡਿਊਰਿੰਗ ਡੇ ਕਿ ਜਦੋਂ ਫੋਟੋਸਿੰਥੇਸਿਸ ਹੋਣਾ ਉਸੇ ਵੇਲੇ ਗਲੂਕੋਜ਼ ਬਣਨਾ ਆ, ਹੈ ਨਾ, ਸਨਲਾਈਟ ਦੀ ਪ੍ਰੈਜ਼ੈਂਸ ਦੇ ਵਿੱਚ। ਹੁਣ ਗਲੂਕੋਜ਼ 6 ਫਾਸਫੇਟ ਜਿਹੜਾ ਆ ਫਾਸਫੇਟੇਸ ਇੰਜ਼ਾਈਮ ਦੀ ਪ੍ਰੈਜ਼ੈਂਸ ਦੇ ਵਿੱਚ ਟੁੱਟ ਜਾਣਾ ਜਾਂ ਕਨਵਰਟ ਹੋ ਜਾਣਾ ਇਨਟੂ ਗਲੂਕੋਜ਼ ਅਤੇ ਇਨਆਰਗੈਨਿਕ ਫਾਸਫੇਟ ਇਹ 'ਚੋਂ ਬਣਨਾ ਆ। ਹੁਣ ਗਲੂਕੋਜ਼ ਜਿਹੜਾ ਆ ਰਾਤ ਵੇਲੇ ਜਦੋਂ ਰੈਸਪੀਰੇਸ਼ਨ ਜਾਂ ਹੋਰ ਪ੍ਰੋਸੈਸਿਸ ਉੱਥੇ ਲੀਵਸ ਦੇ ਵਿੱਚ ਪਲਾਂਟਸ ਦੇ ਵਿੱਚ ਚੱਲਦੇ ਆ ਤਾਂ ਹੈਗਜ਼ੋਕਾਈਨੇਸ ਇੰਜ਼ਾਈਮ ਦੀ ਪ੍ਰੈਜ਼ੈਂਸ ਦੇ ਵਿੱਚ ATP ਐਨਰਜੀ ਯੂਜ਼ ਕਰਦੇ ਹੋਏ ਕਨਵਰਟ ਹੁੰਦਾ ਆ ਗਲੂਕੋਜ਼ ਫਿਰ ਤੀ ਗਲੂਕੋਜ਼ 1 ਫਾਸਫੇਟ। ਇਹ ਗਲੂਕੋਜ਼ 1 ਫਾਸਫੇਟ ਕਿਉਂਕਿ ਰਾਤ ਵੇਲੇ pH ਘਟਦਾ ਆ, 5 pH ਹੁੰਦਾ ਆ, ਉਸ pH ਦੀ ਪ੍ਰੈਜ਼ੈਂਸ ਦੇ ਵਿੱਚ ਇੰਜ਼ਾਈਮ ਫਾਸਫੋਰੀਲੇਜ਼ ਐਕਟਿਵ ਫਿਰ ਹੁੰਦੀ ਆ ਅਤੇ ਕਨਵਰਟ ਕਰ ਦਿੰਦੀ ਆ ਗਲੂਕੋਜ਼ 1 ਫਾਸਫੇਟ ਨੂੰ ਸਟਾਰਚ ਦੇ ਵਿੱਚ। ਮਤਲਬ ਰੀਕਨਵਰਜਨ ਹੋ ਗਿਆ, ਪਹਿਲਾਂ ਸਟਾਰਚ ਕਨਵਰਟ ਹੋਇਆ ਗਲੂਕੋਜ਼ ਇਨ ਦਾ ਪ੍ਰੈਜ਼ੈਂਸ ਆਫ ਇੰਜ਼ਾਈਮ ਫਾਸਫੋਰੀਲੇਜ਼ ਡਿਊਰਿੰਗ ਡੇ ਐਟ pH 7 ਅਤੇ ਰਾਤ ਨੂੰ ਉਹੀ ਗਲੂਕੋਜ਼ ਜਿਹੜਾ ਆ ਕਨਵਰਟ ਹੁੰਦਾ ਆ ਫਿਰ ਤੀ ਗਲੂਕੋਜ਼ 1 ਫਾਸਫੇਟ ਅਤੇ ਗਲੂਕੋਜ਼ 1 ਫਾਸਫੇਟ ਫਾਸਫੋਰੀਲੇਜ਼ ਇੰਜ਼ਾਈਮ ਦੀ ਪ੍ਰੈਜ਼ੈਂਸ ਦੇ ਵਿੱਚ pH 5 'ਤੇ ਰੀਕਨਵਰਟ ਹੋ ਜਾਂਦਾ ਹੈ ਇਨਟੂ ਸਟਾਰਚ। ਤਾਂ ਕਰਕੇ ਇਹਨੂੰ ਆਪਾਂ ਜਿਹੜਾ ਉੱਪਰ ਟਰਮ ਦਿੱਤਾ ਸੀਗਾ ਸਟਾਰਚ ਸ਼ੂਗਰ ਇੰਟਰ ਕਨਵਰਜਨ ਜਾਂ ਸਟਾਰਚ ਸ਼ੂਗਰ ਹਾਈਪੋਥੇਸਿਸ, ਇਹ ਕੰਸੈਪਟ ਆ। ਹੁਣ ਸਾਈਕਲ ਤੁਸੀਂ ਕਈ ਬੁੱਕਸ 'ਚ ਇਸ ਫਾਰਮ 'ਚ ਬਣਾਇਆ ਹੋਇਆ ਆ, ਕਈ ਇਸ ਤੁਹਾਡੀ ਬੁੱਕ ਦੇ ਵਿੱਚ ਸਰਕੂਲਰ, ਇਹ ਤੁਹਾਡੇ 'ਤੇ ਡਿਪੈਂਡ ਕਰਦਾ ਹੈ। ਗੱਲਾਂ ਤਿੰਨ ਹੀ ਆ, 3 ਕੰਪਾਊਂਡਸ ਤੁਸੀਂ ਲਿਖਣੇ ਆ, ਸਟਾਰਚ, ਗਲੂਕੋਜ਼ 1 ਫਾਸਫੇਟ, ਗਲੂਕੋਜ਼ 1 ਫਾਸਫੇਟ ਤੋਂ ਗਲੂਕੋਜ਼ 6 ਫਾਸਫੇਟ, ਗਲੂਕੋਜ਼ 6 ਫਾਸਫੇਟ ਤੋਂ ਗਲੂਕੋਜ਼ ਪਲੱਸ ਇਨਆਰਗੈਨਿਕ ਫਾਸਫੇਟ। ਫਿਰ ATP ਹੈਗਜ਼ੋਕਾਈਨੇਸ ਇਹਨਾਂ ਦੀ ਪ੍ਰੈਜ਼ੈਂਸ ਦੇ ਵਿੱਚ ਫਿਰ ਤੀ ਗਲੂਕੋਜ਼ 1 ਫਾਸਫੇਟ ਬਣਦਾ ਆ। ਗਲੂਕੋਜ਼ 1 ਫਾਸਫੇਟ ਜਿਹੜਾ pH 5 ਫਾਸਫੋਰੀਲੇਜ਼ ਇੰਜ਼ਾਈਮ ਦੀ ਪ੍ਰੈਜ਼ੈਂਸ ਦੇ ਵਿੱਚ ਸਟਾਰਚ 'ਚ ਕਨਵਰਟ ਹੋ ਜਾਂਦਾ। ਆ ਜਿਹੜੀ ਰਿਐਕਸ਼ਨ ਹੈ ਇਹ ਦਿਨ ਵੇਲੇ ਚੱਲਦੀ ਆ, ਨਾਈਟ ਵੇਲੇ ਚੱਲਦੀ ਆ, ਇਹ ਪਿੱਛੇ ਅਸੀਂ ਦੇਖ ਹੀ ਲਿਆ ਆ। ਹੁਣ ਜਦੋਂ ਗਲੂਕੋਜ਼ ਬਣਨਾ ਆ ਤਾਂ ਆਪਾਂ ਹੁਣੇ ਹੀ ਦੇਖਿਆ ਸੀ ਕਿ ਆਸਮੋਟਿਕ ਪੋਟੈਂਸ਼ੀਅਲ ਗਾਰਡ ਸੈਲਸ ਦੇ ਵਿੱਚ ਇਨਕਰੀਜ਼ ਹੋ ਜਾਣਾ ਆ, ਡਿਫਿਊਜ਼ਨ ਪ੍ਰੈਸ਼ਰ ਡੈਫੀਸ਼ੀਐਂਟ ਵੀ ਇਨਕਰੀਜ਼ ਹੋ ਜਾਣਾ ਆ। ਇਹ ਇਨਕਰੀਜ਼ ਹੋਣ ਕਰਕੇ ਵਾਟਰ ਅੰਦਰ ਆ ਜਾਣਾ ਆ। ਵਾਟਰ ਅੰਦਰ ਆਉਣ ਦਾ ਮਤਲਬ ਆਸਮੋਸਿਸ ਹੈ ਨਾ, ਕਿਉਂਕਿ ਗਲੂਕੋਜ਼ ਜਿਹੜਾ ਆ ਉਹ ਆਸਮੋਟਿਕਲੀ ਐਕਟਿਵ ਕੰਪਾਊਂਡ ਆ ਜਿਹੜਾ ਅੱਗੇ ਕਹਿ ਲਓ ਕਿ ਵਾਟਰ ਨੂੰ ਵੀ ਅੰਦਰ ਲੈ ਆਉਂਦਾ ਆ ਖਿੱਚ ਕੇ, ਅਤੇ ਕਿਉਂਕਿ ਇਹ ਵਾਟਰ 'ਚ ਘੁਲ ਜਾਂਦਾ ਆ। ਅਤੇ ਇਹ ਸਾਰੇ OP DPD ਇਨਕਰੀਜ਼ ਹੋਣ ਕਰਕੇ ਪਾਣੀ ਅੰਦਰ ਆਉਣ ਕਰਕੇ ਗਾਰਡ ਸੈਲਸ ਟਰਜਿਡ ਹੋ ਜਾਂਦੇ ਆ ਅਤੇ ਓਪਨ ਹੋ ਜਾਂਦੇ ਆ। ਰਾਤ ਵੇਲੇ ਆਸਮੋਟਿਕ ਪ੍ਰੈਸ਼ਰ ਵੀ ਡਿਕਰੀਜ਼ ਹੋ ਜਾਂਦਾ ਹੈ, ਇੱਥੇ OP ਡਿਕਰੀਜ਼ ਹੋ ਜਾਣਾ ਆ, DPD ਵੀ ਡਿਕਰੀਜ਼ ਹੋ ਜਾਣਾ ਆ। ਪਾਣੀ ਜਿਹੜਾ ਆ ਉਹ ਅੰਦਰ ਨਹੀਂ ਆ ਸਕਣਾ, ਬਾਹਰ ਚਲੇ ਜਾਣਾ ਆ, ਅਤੇ ਜਦੋਂ ਬਾਹਰ ਚਲੇ ਜਾਣਾ ਸੈੱਲ ਫਲੈਸਿਡ ਹੋ ਜਾਣੇ ਆ ਅਤੇ ਸਟੋਮੈਟਾ ਜਿਹੜੇ ਆ ਕਲੋਜ਼ ਹੋ ਜਾਣੇ ਆ। ਬਾਕੀ ਮੈਂ ਪਹਿਲਾਂ ਹੀ ਦੱਸਿਆ ਕਿ ਮਕੈਨਿਜ਼ਮ ਸੇਮ ਆ, ਸਿਰਫ ਇੰਨਾ ਫਰਕ ਸੀਗਾ ਸਾਈਕਲਿਕ ਉਹਦਾ ਜਿਹੜਾ ਹੈਗਾ ਆ ਮੂਵਮੈਂਟ ਤੁਹਾਨੂੰ ਦੱਸੀ ਹੋਈ ਆ ਸਟੋਮੈਟਾ ਦੀ। ਅਤੇ ਇਹ ਸੀਗਾ ਸਟੀਵਾਰਟਸ ਹਾਈਪੋਥੇਸਿਸ। ਹੁਣ ਇਹਦੇ ਵੀ ਕੁਛ ਕਹਿ ਲਓ ਕਿ ਕ੍ਰਿਟਿਸਿਜ਼ਮ ਸੀਗੇ। ਇਹਨਾਂ ਕ੍ਰਿਟਿਸਿਜ਼ਮ ਦੇ ਕਾਰਨ ਹੀ ਫਿਰ ਨੈਕਸਟ ਜਿਹੜੀ ਆਪਾਂ ਕੱਲ੍ਹ ਥਿਓਰੀ ਪੜ੍ਹੀ ਸੀ ਲੈਵਿਟਸ ਥਿਓਰੀ ਜਾਂ ਗਲਾਈਕੋਲੇਟ ਮੈਟਾਬੋਲਿਜ਼ਮ ਥਿਓਰੀ, ਇਹ ਆਪਾਂ ਦੇਖਿਆ ਸੀਗੀਆਂ, ਇਹ ਆਪਾਂ ਪੜ੍ਹ ਲਈਆਂ ਆ। ਹੁਣ ਕ੍ਰਿਟਿਸਿਜ਼ਮ ਇਹਦੇ ਵਿੱਚ ਇੱਕੋ ਹੀ ਆ ਕਿ ਜਿਹੜਾ ਕਹਿ ਲਓ ਕਿ ਗਾਰਡ ਸੈਲਸ ਦੇ ਵਿੱਚ ਗਲੂਕੋਜ਼ ਲੈਵਲ ਦੀ ਕੋਈ ਕੰਸੀਡਰੇਬਲ ਚੇਂਜ ਨਹੀਂ ਦੇਖੀ ਡਿਊਰਿੰਗ ਇਸ ਸਾਰੇ ਸਾਈਕਲ ਦੇ ਦੌਰਾਨ।
ਆ ਜਿਹੜੇ ਗਾਰਡ ਸੈਲ 'ਚ ਆਪਾਂ ਕਹਿੰਦੇ ਨਾ ਗਲੂਕੋਸ ਇਨਕਰੀਜ਼ ਹੋ ਗਿਆ ਜਾਂ ਗਲੂਕੋਸ ਸ਼ੂਗਰ ਬਣ ਗਿਆ ਡਿਊਰਿੰਗ ਡੇ ਫੋਟੋਸਿੰਥੇਸਿਸ, ਤੇ ਇਹਦੀ ਕਿੰਨੀ ਕੁ ਕੰਸਨਟ੍ਰੇਸ਼ਨ ਵਧੀ ਘਟੀ ਇੱਦਾਂ ਦਾ ਕੋਈ ਸਾਨੂੰ ਪਤਾ ਨਹੀਂ ਚੱਲਿਆ। ਤਾਂ ਫਿਰ ਆਪਾਂ ਇਹ ਵਾਲੀ ਥਿਓਰੀ ਜਿਹੜੀ ਹੈ ਕ੍ਰਿਟੀਸਾਈਜ਼ ਹੋ ਕੇ ਫਿਰ ਲੈਵਿਟਸ ਥਿਓਰੀ ਦਿੱਤੀ ਸੀ। ਪੜ੍ਹ ਲਿਓ, ਨਹੀਂ ਸਮਝ ਆਇਆ ਦੁਬਾਰਾ ਪੁੱਛ ਲਿਓ ਬੇਟਾ। ਇਹ ਥਿਓਰੀ ਦੇ ਨਾਲ ਸਾਡਾ ਸਟੋਮੈਟਲ ਮੂਵਮੈਂਟ ਜਿਹੜਾ ਉਹ ਖ਼ਤਮ ਹੋ ਗਿਆ ਆ, ਅਤੇ ਆਪਾਂ 2 ਹੀ ਚੈਪਟਰਸ ਹੁਣ ਰਹਿ ਗਏ। ਟਿਲ ਦੈਨ ਗੁੱਡ ਬਾਏ ਬੇਟਾ।